करो दर्ज करो। गुरदास मान मुर्दाबाद नशेड़ी गुरदास मान मुर्दाबाद। पंजाबी गायक गुरदास मान ने तीसरे पातशाह दी वंशजां की तुलना लाडी शाह जो कि मुराद शाह डेरा नकोदर है उन्हां नाल कीती सी, जिस तो बाद समूह सिख संगठन बेहद रोश दे विच ने। भावें गुरदास मान ने माफ़ी मंग ली सी एक वीडियो क्लिप रिलीज़ करके, ਉਹਦੇ ਬਾਵਜੂਦ ਜਲੰਧਰ ਦੇ ਐਸਐਸਪੀ ਦਫ਼ਤਰ ਦੇ ਬਾਹਰ ਸਿੱਖ ਸੰਗਠਨ ਰੋਸ ਪ੍ਰਦਰਸ਼ਨ ਕਰ ਰਹੇ ਨੇ। 2-3 ਦਿਨਾਂ ਤੋਂ ਧਰਨਾ ਲਾ ਕੇ ਬੈਠੇ ਨੇ। ਅਸੀਂ ਖਾਸ ਗੱਲਬਾਤ ਕਰਦੇ ਹਾਂ ਇਸ ਸਾਰੇ ਮਾਮਲੇ 'ਚ ਜਿਹੜੇ ਕੰਪਲੇਨੈਂਟ ਨੇ ਜਿਨ੍ਹਾਂ ਨੇ ਜਲੰਧਰ ਗੁਰਦਾਸ ਮਾਨ ਦੀ ਐਸਐਸਪੀ ਆਫਿਸ ਕੰਪਲੇਂਟ ਕੀਤੀ ਹੈ। ਭਾਈ ਸਾਹਿਬ ਤੁਸੀਂ ਆਪਣਾ ਨਾਮ ਦੱਸੋ ਤੇ ਕੀ ਤੁਹਾਡੀ ਡਿਮਾਂਡ ਹੈ? ਗੁਰਦਾਸ ਮਾਨ ਨੇ ਮਾफ़ੀ ਵੀ ਮੰਗ ਲਈ ਹੈ, ਤੁਸੀਂ ਹੁਣ ਕੀ ਮੰਗ ਕਰਕੇ ਅੱਜ ਇੱਥੇ ਧਰਨਾ ਲਾ ਕੇ ਬੈਠੇ ਹੋ 3 ਦਿਨਾਂ ਤੋਂ? ਸਾਰੀ ਗੱਲ ਦੱਸੋ। ਦਾਸ ਭਾਈ ਰਜਿੰਦਰ ਸਿੰਘ ਰਾਜਨ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ। ਗੁਰਦਾਸ ਮਾਨ ਨੇ ਨਕੋਦਰ ਦੀ ਇੱਕ ਸਟੇਜ ਤੋਂ ਜਿੱਥੇ ਨਸ਼ਿਆਂ ਦੀ ਬਹੁਤ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਉੱਥੇ ਵੰਡਿਆ ਜਾਂਦਾ ਨਸ਼ਾ, ਉਹ ਆਪਣੇ ਅਕਸਰ ਉਸ ਸਟੇਜ ਤੋਂ ਪ੍ਰੋਗਰਾਮ ਲਾਉਂਦਾ ਰਹਿੰਦਾ ਵਾ ਤੇ ਉਹਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਬਹੁਤ ਵੱਡਾ ਖਿਲਵਾੜ ਕੀਤਾ ਵਾ। ਉਹਨੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਜੋ ਅਪਮਾਨਜਨਕ ਸ਼ਬਦ ਬੋਲੇ ਨੇ, ਉਸ ਨਸ਼ੇੜੀ ਬੰਦੇ ਨੂੰ ਜਿਹੜਾ ਬੀੜੀ ਸਿਗਰਟ ਬੁੱਝਣ ਨਹੀਂ ਦਿੰਦਾ ਉਹਦੇ ਨਾਲ ਤੁਲਨਾ ਕੀਤੀ ਹੈ ਕਿ ਇਹਦਾ ਸਬੰਧ ਮੇਰੀ ਸਰਕਾਰ ਦਾ ਸਬੰਧ ਉਹ ਕਹਿ ਰਿਹਾ ਕਿ ਗੁਰੂ ਅਮਰਦਾਸ ਜੀ ਦੇ ਅੰਸ਼ ਦੇ ਨਾਲ ਹੈ। ਸਾਨੂੰ ਇਸ ਗੱਲ ਤੇ ਸਿੱਖ ਕੌਮ ਨੂੰ ਭਾਰੀ ਮਤਲਬ ਠੇਸ ਪਹੁੰਚੀ ਹੈ ਤੇ ਅਸੀਂ ਨਵੀਨ ਸਿੰਗਲਾ ਜੀ ਦਿਹਾਤੀ ਐਸਐਸਪੀ ਜੋ ਜਲੰਧਰ ਨੇ ਉਹਨਾਂ ਨੂੰ ਦਰਖਾਸਤ ਦਿੱਤੀ ਸੀ, ਪਰ ਸਾਡੀ ਦਰਖਾਸਤ ਤੇ ਹਲੇ ਪ੍ਰਸ਼ਾਸਨ ਕੋਈ ਗੌਰ ਨਹੀਂ ਕਰ ਰਿਹਾ। ਇਸੇ ਰੋਸ ਵਜੋਂ ਅਸੀਂ ਧਰਨੇ ਤੇ ਬੈਠੇ ਹੋਏ ਹਾਂ। ਤੁਸੀਂ ਜਿਹੜੀ ਕੰਪਲੇਂਟ ਦਿੱਤੀ ਸੀ ਉਹਦੇ ਵਿੱਚ ਡਿਮਾਂਡ ਕੀ ਕੀਤੀ ਸੀ ਕਿ ਇਹਦੇ ਤੇ ਕਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਪਰਚਾ ਦਰਜ ਕਰ ਕਿਉਂ ਨਹੀਂ ਰਿਹਾ? ਬੇਸਿਕਲੀ ਗੱਲ ਕੀ ਹੈ ਹੁਣ ਪਿੱਛੇ? ਦੇਖੋ ਜੀ, ਅਸੀਂ ਮੰਗ ਇਹ ਕੀਤੀ ਵੀ 295 ਏ ਦਾ ਪਰਚਾ ਤੇ UAPA ਵੀ ਇਹਦੇ ਨਾਲ ਲੱਗਣਾ ਚਾਹੀਦਾ, ਕਿਉਂਕਿ ਪੰਜਾਬ ਦੇ ਸ਼ਾਂਤ ਪਏ ਮਾਹੌਲ ਨੂੰ ਇਹਨੇ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਵੀ ਇਹ ਪੰਜਾਬੀ ਸਾਡੀ ਜਿਹੜੀ ਮਾਂ ਭਾਸ਼ਾ ਹੈਗੀ ਹੈ ਉਹਦੇ ਵਾਸਤੇ ਬਹੁਤ ਭੱਦੀ ਸ਼ਬਦਾਵਲੀ ਇਹਨੇ ਕੈਨੇਡਾ ਦੀ ਸਟੇਜ ਤੋਂ ਬੋਲੀ ਸੀ, ਜਦੋਂ ਵਿਰੋਧ ਹੋਇਆ ਸੀਗਾ। ਹਾਲੇ ਉਹ ਸਾਡੇ ਮਨ ਨੂੰ ਜਿਹੜੀ ਠੇਸ ਲੱਗੀ ਸੀ ਉਸੇ ਤੋਂ ਅਸੀਂ ਸਿੱਖ ਕੌਮ ਬਾਹਰ ਨਹੀਂ ਨਿਕਲ ਰਹੀ ਤੇ ਇਹਨੇ ਨਵੇਂ ਸਿਰੋਂ ਏਜੰਸੀਆਂ ਦਾ ਪ੍ਰਮੋਟ ਕੀਤਾ ਹੋਇਆ ਬੰਦਾ ਇਹਨੇ ਨਵੇਂ ਸਿਰੋਂ ਸਾਡੀ ਕੌਮ ਦੇ ਸਿਰ ਤੇ ਭਾਜੀ ਚਾੜੀ ਹੈ ਤੇ ਪ੍ਰਸ਼ਾਸਨ ਵੀ ਕਿਸੇ ਦਬਾਅ ਦੇ ਥੱਲੇ ਲੱਗ ਰਿਹਾ ਸਾਨੂੰ, ਕਿਉਂਕਿ ਅਸੀਂ 3 ਦਿਨ ਤੋਂ ਇੱਥੇ ਬੈਠੇ ਹੋਏ ਹਾਂ। ਪ੍ਰਸ਼ਾਸਨ ਆਉਂਦਾ ਥੋੜੀ ਜਿਹੀ ਗੋਂਗਲੂਆਂ ਨੂੰ ਮਿੱਟੀ ਝਾੜ ਕੇ ਚਲੇ ਜਾਂਦਾ ਹੈ, ਅਸੀਂ ਕਰ ਰਹੇ ਹਾਂ, ਅਸੀਂ ਦੇਖ ਰਹੇ ਹਾਂ। ਸਾਨੂੰ ਸਿੱਧਾ ਆ ਕੇ ਕਹਿ ਦੇਣ ਵੀ ਤੁਹਾਡੀ ਕੰਪਲੇਂਟ ਤੇ ਕੋਈ ਅਸੀਂ ਕਾਰਵਾਈ ਨਹੀਂ ਕਰ ਸਕਦੇ, ਫਿਰ ਅਸੀਂ ਅਗਲੀ ਕੋਈ ਰਣਨੀਤੀ ਬੈਠ ਕੇ ਜਥੇਬੰਦੀਆਂ ਨਾਲ ਬਣਾਵਾਂਗੇ ਜੀ। ਧੰਨਵਾਦ। ਰੋਸ਼ ਧਰਨੇ ਵਿੱਚ ਖਾਸ ਤੌਰ ਤੇ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ। ਸਾਡੇ ਨਾਲ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਸਾਹਿਬ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦੀ ਕੀ ਡਿਮਾਂਡ ਹੈ। ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਤੁਸੀਂ ਮੁਖੀ ਹੋ, ਤੁਹਾਡਾ ਕੀ ਨਾਮ ਹੈ, ਕੀ ਡਿਮਾਂਡ ਹੈ? ਤੁਸੀਂ ਇੱਥੇ 3 ਦਿਨਾਂ ਤੋਂ ਧਰਨੇ ਤੇ ਬੈਠੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮਿਸਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦੇ ਮੁਖੀ ਹੋਣ ਦੇ ਨਾਤੇ ਤੇ ਸਮੂਹ ਜਥੇਬੰਦੀ ਨੂੰ ਲੈ ਕੇ ਇਸ ਧਰਨੇ ਦੇ ਵਿੱਚ ਹਾਜ਼ਰ ਹੋਏ ਹਾਂ। ਇਹ ਜੋ ਰੋਸ ਹੈ ਸਿੱਖ ਸੰਗਤਾਂ ਦੇ ਤੇ ਨਹੀਂ ਮੈਂ ਕਹਾਂਗਾ, ਮੈਂ ਤਾਂ ਕਹਾਂਗਾ ਸਾਰੇ ਵਰਲਡ ਦੇ ਮਨ 'ਚ ਹੀ ਰੋਸ ਹੈ, ਕਿਉਂਕਿ ਜਗਤ ਗੁਰੂ ਨੇ ਗੁਰੂ ਅਮਰਦਾਸ ਜੀ ਇਹ ਸਾਡੇ ਸਾਰਿਆਂ ਦੇ ਗੁਰੂ ਨੇ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਈਸਾਈ ਹੈ। ਇਹ ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ, ਇੱਥੇ ਹਿੰਦੂ ਆਵੇ, ਮੁਸਲਮਾਨ ਆਵੇ, ਈਸਾਈ ਆਵੇ, ਰਾਜੀ ਜਾਵੇ, ਕਿਉਂਕਿ ਸਿੱਖ ਦੋਨੇ ਟਾਈਮ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਇਹ 'ਤੇ ਜ਼ੁਲਮ ਅਤਿਆਚਾਰ ਸ਼ੁਰੂ ਤੋਂ ਹੁੰਦਾ ਆ, ਅੱਜ ਵੀ ਅਤਿਆਚਾਰ ਜ਼ੁਲਮ ਹੋ ਰਿਹਾ। 3 ਦਿਨ ਤੋਂ ਇਹ ਸਾਰੀਆਂ ਜਥੇਬੰਦੀਆਂ ਸਿੰਘ ਸਾਹਿਬ, ਬਾਬਾ ਬਲਵੀਰ ਸਿੰਘ ਜੀ ਸਤਿਕਾਰ ਕਮੇਟੀ, ਤਾਲਮੇਲ ਕਮੇਟੀ, ਹੋਰ ਜਥੇਬੰਦੀਆਂ ਅਨੇਕਾਂ ਆਈਆਂ ਨੇ। ਪ੍ਰਸ਼ਾਸਨ ਜਿਹੜਾ ਸਾਨੂੰ 3 ਦਿਨ ਤੋਂ ਲਾਰੇ ਲਾ ਰਿਹਾ। ਕੱਲ੍ਹ 6 ਵਜੇ ਤੱਕ ਅੱਜ ਟਾਈਮ ਦਿੱਤਾ ਸੀ, ਅੱਜ ਵੀ ਹੁਣ 6 ਤੋਂ ਵੀ ਟਾਈਮ ਟੱਪ ਗਿਆ। ਹੁਣ ਵੀ ਮੇਰੇ ਖਿਆਲ 1-2 ਦਿਨ ਦਾ ਲਾਰਾ ਸਾਨੂੰ ਲਾ ਰਹੇ ਨੇ। ਇਸ ਕਰਕੇ ਇਹ ਸਾਡੀਆਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਇਹ ਬੈਠੀਆਂ ਹੋਈਆਂ ਨੇ, ਪਰਚਾ ਕਰਾ ਕੇ ਇੱਥੋਂ ਉੱਠਣ ਦੀ ਕਿਰਪਾ ਕਰੇ ਗੁਰੂ ਸੱਚੇ ਪਾਤਸ਼ਾਹ। ਉਹਦੇ ਅੱਗੇ ਅਰਦਾਸ ਹੈ, ਬੇਨਤੀ ਹੈ, ਕਿਉਂਕਿ ਉਹ ਸਿੱਖ ਦੀ ਅਰਦਾਸ ਗੁਰੂ ਸਾਹਿਬ ਜ਼ਰੂਰ ਪੂਰੀ ਕਰਦਾ। ਸਾਨੂੰ ਪੂਰੀ ਆਸ ਹੈ ਕਿ ਅਸੀਂ ਇਹ ਮੋਰਚਾ ਜਿੱਤ ਕੇ ਇੱਥੋਂ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਜਥੇਦਾਰ ਸਾਹਿਬ, ਜੇਕਰ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰਦਾ, ਮੰਨ ਲਓ, ਕਿਉਂਕਿ ਗੁਰਦਾਸ ਮਾਨ ਨੇ ਇੱਕ ਆਪਣੀ ਵੀਡੀਓ ਕਲਿੱਪ ਜਾਰੀ ਕਰਕੇ ਖਿਮਾ ਵੀ ਮੰਗੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਰ ਹੱਲ ਹੈ? ਜੇ ਗੁਰਦਾਸ ਮਾਨ ਅਕਾਲ ਤਖਤ ਸਾਹਿਬ ਜਾ ਕੇ ਆਪਣੀ ਮਾफ़ੀ ਮੰਗ ਲੈਂਦਾ ਹੈ ਜਾਂ ਇਹ ਕਿਸੇ ਜਥੇਦਾਰਾਂ ਦੇ ਅੱਗੇ ਪੇਸ਼ ਹੋ ਜਾਂਦਾ ਹੈ, ਆਪਣੀ ਖਿਮਾ ਬਖਸ਼ਾ ਲੈਂਦਾ, ਫਿਰ ਤੁਹਾਡਾ ਧਰਨਾ ਉੱਥੋਂ ਉੱਠੇਗਾ ਕਿ ਅੱਜ ਪਰਚਾ ਕਰਾ ਕੇ ਹੀ ਆਪਾਂ ਉੱਠਣਾ ਹੈ? ਕਿਉਂਕਿ ਜਿਹੜੀ ਮਾफ़ੀ ਵਾਲੀ ਗੱਲ ਹੈ ਉਹ ਤਾਂ ਅਕਾਲ ਤਖਤ ਸਾਹਿਬ ਸਾਡਾ ਸੁਪਰੀਮ ਹੈ, ਸਾਰੇ ਸਿੱਖ ਕੌਮ ਦੀ, ਸਾਰੇ ਜਗਤ ਦੀ ਉਹ ਸੁਪਰੀਮ ਹੈ, ਸੁਪਰੀਮ ਪਾਵਰ ਹੈ। ਉੱਥੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ 5 ਪਿਆਰੇ ਸਿੰਘ ਸਾਹਿਬ ਉਹ ਇਹਨੂੰ ਮਾफ़ ਕਰ ਸਕਦੇ ਨੇ।
ਪਰ ਉਹ ਅਗਲੀ ਗੱਲ ਬਾਅਦ ਦੀ ਹੈ, ਕਿਉਂਕਿ ਜਿਹੜੀ ਪਹਿਲੀ ਕਾਰਵਾਈ ਤੇ ਬਣਦੀ ਇਹ ਹੀ ਹੈ। ਇਸ ਤਰ੍ਹਾਂ ਤੇ ਜਿਹੜਾ ਮਰਜ਼ੀ ਕੱਲ ਨੂੰ ਕੋਈ ਕਤਲ ਕਰਕੇ ਵੀ ਕਹੇਗਾ ਮੈਨੂੰ ਮਾਫ ਕੀਤਾ ਜਾਵੇ, ਉਹ ਨਹੀਂ ਬਣਦਾ, ਕਿਉਂਕਿ ਮੇਰੇ ਜੋ ਸਮਝ ਦੇ ਮੁਤਾਬਕ, ਬੁੱਧੀ ਦੇ ਮੁਤਾਬਕ ਉਹ ਤੇ ਕਾਰਵਾਈ ਬਣ ਕੇ ਉਦੋਂ ਬਾਅਦ ਦੀ ਗੱਲ ਹੈ। ਨਹੀਂ 3 ਦਿਨ ਹੋ ਗਏ ਅੱਜ ਬੈਠੇ, ਪ੍ਰਸ਼ਾਸਨ ਨੇ ਅੱਜ ਤੱਕ ਪਰਚਾ ਦਰਜ ਨਹੀਂ ਕੀਤਾ। ਜੇ ਗਾਹਾਂ ਵੀ ਨਹੀਂ ਪਰਚਾ ਦਰਜ ਕੀਤਾ, ਕੀ ਆਪਣਾ ਧਰਨਾ ਜਾਰੀ ਰਹੇਗਾ? ਬਿਲਕੁਲ ਜਾਰੀ ਧਰਨਾ। ਠੀਕ ਹੈ, ਗੱਲਬਾਤ ਕਰਨ ਲਈ ਖਾਸ ਤੌਰ ਤੇ ਮੌਜੂਦ ਨੇ ਲਖਬੀਰ ਸਿੰਘ ਜੀ ਤੇ ਨਾਲ ਮੁੱਛਲ ਸਾਹਿਬ ਜਥੇਦਾਰ ਨੇ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਖੀਰ ਇਸ ਧਰਨੇ ਦਾ ਅਖੀਰ ਕੀ ਹੋਏਗਾ, ਕੀ ਗੁਰਦਾਸ ਮਾਨ ਤੇ ਪਰਚਾ ਦਰਜ ਹੋਏਗਾ, ਕਿ ਜਲੰਧਰ ਪੁਲਿਸ ਜਿਹੜੇ ਜਲੰਧਰ ਐਸਐਸਪੀ ਆਫਿਸ ਦੇ ਵਿੱਚ ਕੰਪਲੇਂਟ ਪੈਂਡਿੰਗ ਪਈ 3 ਦਿਨਾਂ ਤੋਂ, ਕੀ ਉਹਦੇ ਤੇ ਕਾਰਵਾਈ ਹੋਏਗੀ ਕਿ ਸਿੰਘ ਜਿਹੜੇ ਜਥੇਬੰਦੀਆਂ ਨੇ ਇਸੇ ਤਰੀਕੇ ਨਾਲ ਧਰਨੇ ਤੇ ਬੈਠੇ ਰਹਿਣਗੇ। ਹਾਂਜੀ ਸਰ ਲਖਬੀਰ ਜੀ, ਤੁਸੀਂ ਇਹ ਦੱਸੋ ਕਿ ਅਖੀਰ ਹੁਣ ਇਹ ਮਾਮਲਾ ਨਿਪਟਦਾ ਕਿੱਦਾਂ ਨਜ਼ਰ ਆ ਰਿਹਾ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਮਲਾ ਜੋ ਸਿੱਖ ਕੌਮ ਨੇ ਮੰਗ ਕੀਤੀ ਹੈ, ਸਾਰੀ ਕੌਮ ਦੀ ਮੰਗ ਆ। ਪਿੱਛੇ ਗੁਰੂ ਨਾਨਕ ਲੈਵਾ ਸਿੱਖ ਬੈਠਾ, ਗੁਰੂ ਨਾਨਕ ਦੀ ਸੋਚ ਤੇ ਪਹਿਰਾ ਦੇਣ ਵਾਲੇ ਬੈਠੇ ਨੇ ਵੀ ਉਹ ਗੁਰਦਾਸ ਮਾਨ ਛੇੜੀ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕੀਤਾ ਜਾਵੇ। ਤੇ ਸਾਰਾ ਜੇ ਨਹੀਂ ਬੰਦ ਕਰਦਾ ਪ੍ਰਸ਼ਾਸਨ, ਚਾਹੀਦਾ ਸੀ ਉਸੇ ਟਾਈਮ ਪਰਸੋਂ ਪਰਚਾ ਦਰਜ ਕਰ ਦਿੰਦਾ ਤੇ ਸਿੱਖ ਕੌਮ ਨਾ ਖਰਾਬ ਹੁੰਦੀ। ਅਸੀਂ ਫਿਰੋਜ਼ਪੁਰ 'ਚ ਬੜੇ ਵੱਡੇ ਮੁਜ਼ਾਹਰੇ ਕੀਤੇ, ਉੱਥੇ ਕੰਪਲੇਂਟ ਦਿੱਤੀ ਹੈ DC ਨੂੰ, SSP ਨੂੰ। ਫਿਰ ਥਾਂ ਥਾਂ ਸਿੱਖ ਕੌਮ ਕੰਪਲੇਂਟਾਂ ਦੇ ਰਹੀ ਹੈ। ਜੇ ਨਾ ਕਰੂਗਾ ਜਲੰਧਰ ਪ੍ਰਸ਼ਾਸਨ ਪਰਚਾ ਦਰਜ, ਤੇ ਕੱਲ੍ਹ ਤੱਕ ਵੱਡਾ 2 ਦਿਨਾਂ ਦੇ ਪੰਜਾਬ 'ਚ ਭਾਂਬੜ ਮੱਚੂਗਾ। ਹਾਈਵੇ ਜਾਮ ਹੋਣਗੇ। ਹੁਣ ਤਾਂ ਇੱਥੇ ਸੰਗਤਾਂ ਇੱਕ ਰੋਡ ਜਾਮ, ਨਿੱਕਾ ਰੋਡ ਜਾਮ ਕਰਕੇ ਬੈਠੀਆਂ ਨਾ, ਕੱਲ੍ਹ ਨੂੰ ਹਾਈਵੇ ਵੀ ਜਾਮ ਹੋਣਗੇ, ਹੋਰ ਵੱਡੇ ਵੱਡੇ ਪ੍ਰਦਰਸ਼ਨ ਹੋਣਗੇ। ਉਹਦੀ ਜ਼ਿੰਮੇਵਾਰੀ ਉਹ ਗੁਰਦਾਸ ਮਾਨ ਨਸ਼ੇੜੀ ਦੀ ਹੋਊਗੀ ਤੇ ਪੰਜਾਬ ਸਰਕਾਰ ਦੀ ਹੋਊਗੀ ਤੇ ਇੱਥੋਂ ਦੇ ਜਲੰਧਰ ਦੇ ਸਿਵਲ ਪ੍ਰਸ਼ਾਸਨ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਹੋਊਗੀ। ਮੈਨੂੰ ਇੱਕ ਇਹ ਗੱਲ ਦੱਸੋ ਕਿ ਗੁਰਦਾਸ ਮਾਨ ਪਹਿਲੇ ਪੰਜਾਬੀ ਭਾਸ਼ਾ ਨੂੰ ਲੈ ਕੇ ਪਿੱਛੇ ਜਿਹੇ ਵਿਵਾਦਾਂ 'ਚ ਆਇਆ, ਹੁਣ ਜਿੱਦਾਂ ਇਹਨਾਂ ਨੇ ਤੀਸਰੇ ਪਾਤਸ਼ਾਹ ਦੇ ਅੰਸ਼ਵੰਸ਼ ਦੱਸਿਆ ਹੈ ਆਪਣੇ ਡੇਰਾ ਸੰਚਾਲਕ ਨੂੰ, ਤੁਸੀਂ ਮੈਨੂੰ ਇਹ ਦੱਸੋ ਕੀ ਇਹ ਸਾਰਾ ਕੁਝ ਅਚਾਨਕ ਹੋ ਰਿਹਾ ਹੈ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਹੈ? ਇਹ ਸਾਜ਼ਿਸ਼ ਤਹਿਤ ਹੋ ਰਿਹਾ। ਏਜੰਸੀਆਂ ਹੋਰ ਕਿਹੜੀਆਂ ਸਾਡੇ ਸਿੱਖ ਕੌਮ ਦੀਆਂ ਵਿਰੋਧੀ ਤਾਕਤਾਂ ਨੇ, ਸਿੱਖ ਕੌਮ ਦੀ ਆ ਚੜ੍ਹਦੀ ਕਲਾ ਦੁਨੀਆ 'ਚ ਵੇਖਣਾ ਨਹੀਂ ਚਾਹੁੰਦੀ। ਕਦੀ ਤਾਂ ਸਾਡੀ ਅਰਦਾਸ ਨਾਲ ਫਿਰੋਜ਼ਪੁਰ ਦੇ ਵਿੱਚ ਛੇੜਛਾੜ ਕੀਤੀ ਜਾਂਦੀ ਆ, ਤੇ ਕਦੀ ਸਾਡੇ ਟੀਆਂ ਬਣਾ ਕੇ ਹੋਟਲਾਂ ਵਾਲੇ ਬੰਦੇ ਉਹ ਲਿਚਰ ਗੀਤ ਗਾਏ ਜਾਂਦੇ ਆ, ਤੇ ਸਾਡੇ ਧਰਮ ਨਾਲ 24 ਘੰਟੇ ਦਿਨ ਰਾਤ ਕਿਹੜਾ ਇੱਥੋਂ ਦੇ ਹਿੰਦੁਸਤਾਨ ਦੀਆਂ ਏਜੰਸੀਆਂ ਤੇ ਹਿੰਦੁਸਤਾਨ ਦੀਆਂ ਸਾਡੀ ਵਿਰੋਧੀ ਤਾਕਤਾਂ ਉਹ ਸਿੱਖ ਕੌਮ ਨੂੰ ਕਿੰਨਾ ਮਰਜ਼ੀ ਜ਼ੋਰ ਲਾ ਲੈਣ, ਕਿੰਨਾ ਚਿਰ ਕਲਗੀਧਰ ਪਾਤਸ਼ਾਹ ਦਾ ਖਾਲਸਾ ਪੁੱਤਰ ਧਰਤੀ ਜਿੰਦਾ ਨਾ, ਇਹਨਾਂ ਦੀ ਇੱਕ ਵੀ ਸਾਜ਼ਿਸ਼, ਇੱਕ ਵੀ ਇਹਨਾਂ ਦੀ ਇਹੋ ਜਿਹੀ ਕਾਮਯਾਬ ਨਹੀਂ ਹੁੰਦੇ ਪੰਜਾਬ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਵਿੱਚ। ਸਾਨੂੰ ਭਾਵੇਂ ਆਪਣਾ ਕਤਰਾ ਖੂਨ ਡੋਲਣਾ ਪਵੇ, ਸਾਨੂੰ ਕੁਛ ਮਰਜ਼ੀ ਕਰਨਾ ਪਵੇ, ਅਸੀਂ ਬਿਲਕੁਲ ਤਿਆਰ ਹਾਂ, ਹਰ ਚੀਜ਼ ਦਾ ਜਵਾਬ ਦੇਣ ਨੂੰ ਤਿਆਰ ਬੈਠੇ ਹਾਂ। ਮੁੱਛਲ ਸਾਹਿਬ, ਤੁਸੀਂ ਇੱਕ ਗੱਲ ਦੱਸੋ ਕਿ ਇਸ ਸਾਰੇ ਮਾਮਲੇ ਦੇ ਵਿੱਚ ਹਜੇ ਤੱਕ ਜਿੱਥੇ ਤੱਕ ਮੈਨੂੰ ਨਜ਼ਰ ਆ ਰਿਹਾ, ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਬਿਆਨ ਜਾਰੀ ਕੀਤਾ ਹੈ, ਨਾਲ ਹੀ ਕੁਝ ਕਿਲੋਮੀਟਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਰਹਿੰਦੀ ਹੈ, ਉਹਨਾਂ ਨੇ ਇੱਥੇ ਆ ਕੇ ਕੋਈ ਤੁਹਾਡਾ ਹਾਲ ਚਾਲ ਨਹੀਂ ਪੁੱਛਿਆ, ਇਸ ਮਾਮਲੇ 'ਚ ਕੋਈ ਵੀ ਐਕਸ਼ਨ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਤੁਹਾਨੂੰ ਨਹੀਂ ਲੱਗਦਾ ਇਸ ਸਾਰੇ ਮਾਮਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ, ਉਹਨਾਂ ਦੇ ਜਿਹੜੇ ਜਲੰਧਰ ਦੇ ਮੈਂਬਰ ਨੇ ਜਾਂ ਉਹਨਾਂ ਦੇ ਜਿਹੜੇ ਲੋਕਲ ਕਮੇਟੀ ਆ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੀਗਾ ਕਿ ਇਹ ਸਾਰਾ ਸੰਘਰਸ਼ ਤੁਹਾਡੇ ਤੱਕ ਹੀ ਸੀਮਤ ਰਹਿ ਗਿਆ? ਵੇਖੋ ਜੀ, ਅਸੀਂ ਪਿੰਡਾਂ 'ਚੋਂ ਨਿਕਲ ਕੇ ਜਲੰਧਰ SSP ਦਿਹਾਤੀ ਦੇ ਦਫ਼ਤਰ ਦੇ ਅੱਗੇ ਬੈਠੇ ਆ, ਤੇ ਕੁਝ ਜਿਹੜੀਆਂ ਇੱਥੋਂ ਦੀਆਂ ਕਮੇਟੀਆਂ ਨੇ ਉਹ ਸਾਥ ਦੇ ਰਹੀਆਂ ਨੇ, ਤੇ ਪਤਾ ਲੱਗਾ ਕਿ ਜਲੰਧਰ ਦੇ ਵਿੱਚ ਹੀ 500 ਗੁਰੂ ਘਰ ਹੋ ਸਕਦਾ ਵਾ, ਤੇ 500 ਗੁਰੂ ਘਰ ਦੀਆਂ ਕਮੇਟੀਆਂ ਤੇ ਗੁਰੂ ਘਰ ਦੇ ਕੀਰਤਨੀਏ, ਰਾਗੀ, ਪਾਠੀ, ਢਾਡੀ ਬਹੁਤ ਜ਼ਿਆਦਾ ਹੋ ਸਕਦੇ ਆ। ਫਰਜ਼ ਤੇ ਸਾਰਿਆਂ ਦਾ ਬਣਦਾ ਵਾ, ਕਿਉਂਕਿ ਇੱਥੇ ਜਿਹੜੀ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਹੈ, ਜਿਵੇਂ ਤੁਸੀਂ ਹੁਣ ਪ੍ਰਧਾਨ ਬੀਬੀ ਜਗੀਰ ਕੌਰ ਦੀ ਗੱਲ ਕੀਤੀ ਹੈ, ਲਾਗੇ ਬੇਗੋਵਾਲ ਵਾ, ਉੱਥੇ ਉਹਦੀ ਪ੍ਰਧਾਨ ਵਾ, ਪਰ ਉਹ ਆਪਣੀਆਂ ਵੋਟਾਂ ਨਹੀਂ ਖਰਾਬ ਕਰਨੀਆਂ ਚਾਹੁੰਦੇ, ਕਿਉਂਕਿ ਗੁਰਦਾਸ ਮਾਨ ਦੇ ਕੋਲ ਵੋਟਾਂ ਹੈਗੀਆਂ ਨੇ। ਤੇ ਇੱਕ ਗੱਲ ਵੋਟਾਂ ਤੇ ਨੋਟਾਂ ਦੀ, ਇਹ 2 ਗੱਲਾਂ ਇਸ ਸੰਸਾਰ ਤੇ ਚੱਲ ਰਹੀਆਂ ਨੇ, ਜਿਹਦੇ ਕਰਕੇ ਪ੍ਰਸ਼ਾਸਨ ਵੀ ਪਰਚਾ ਨਹੀਂ ਕਰ ਰਿਹਾ। ਪ੍ਰਸ਼ਾਸਨ ਦਾ ਜਾਪਦਾ ਕੋਈ ਖਾਸ ਰਿਸ਼ਤੇਦਾਰ ਵਾ, ਤੇ ਜਾਂ ਫਿਰ ਉਹਦੇ ਵੱਡੇ ਲੋਕਾਂ ਦੇ ਲੀਡਰਾਂ ਦੇ ਨਾਲ ਸੰਪਰਕ ਹੈਗੇ ਆ, ਜਿਹਦੇ ਕਰਕੇ ਪ੍ਰਸ਼ਾਸਨ ਪਰਚਾ ਕਰਨ ਨੂੰ ਤਿਆਰ ਨਹੀਂ। ਇੱਥੇ ਹੀ ਮੈਂ ਜਿਹੜੀਆਂ ਸ਼੍ਰੋਮਣੀ ਕਮੇਟੀ ਨੂੰ ਸਾਈਡ 'ਤੇ ਛੱਡ ਦਿਓ, ਕਿਉਂਕਿ ਉਹ ਤਾਂ ਕਿਸੇ ਦੀ ਝੋਲੀ ਵਿੱਚ ਪਈਆਂ ਹੋਈਆਂ ਨੇ। ਸ਼੍ਰੋਮਣੀ ਕਮੇਟੀ ਜਿੰਨੇ ਵੀ ਅਹੁਦੇਦਾਰ ਨੇ ਤੇ ਜਿਹੜੀਆਂ ਹੋਰ ਸੰਪਰਦਾਵਾਂ ਨੇ ਪੰਜਾਬ ਦੇ ਵਿੱਚ, ਬਹੁਤ ਜ਼ਿਆਦੀਆਂ ਜਿਹੜੀਆਂ ਸੇਵਾਵਾਂ ਕਰ ਰਹੀਆਂ ਨੇ, ਨਿਹੰਗ ਜਥੇਬੰਦੀਆਂ ਨੇ, ਦਮਦਮੀ ਟਕਸਾਲ ਹੈ, ਹੋਰ ਵੀ ਬਹੁਤ ਜ਼ਿਆਦੀਆਂ ਜਿਹੜੀਆਂ ਸੰਪਰਦਾਵਾਂ ਨੇ, ਉਹ ਅਜੇ ਤੱਕ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਲੱਗਾ ਕਿ ਪ੍ਰਸ਼ਾਸਨ ਇੰਨੇ ਦਿਨਾਂ 'ਚ ਪਰਚਾ ਦਰਜ ਕਰ ਦਿਓ, ਨਹੀਂ ਤੇ ਅਸੀਂ ਵੱਡਾ ਐਕਸ਼ਨ ਸਾਰੇ ਇਕੱਠੇ ਹੋ ਕੇ ਲਵਾਂਗੇ। ਕਿਉਂਕਿ ਇਹਨਾਂ ਦੀ ਜ਼ੁਬਾਨ ਤਾਂ ਬੰਦ ਹੋਣੀ ਆ ਜੇਕਰ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ 'ਤੇ ਹੋ ਕੇ ਵੱਡਾ ਕੋਈ ਬਿਆਨ ਦੇਣ ਤੇ ਵੱਡਾ ਕੋਈ ਐਕਸ਼ਨ ਕਰਨ। DC ਜਿਹੜਾ ਜਲੰਧਰ ਦਾ ਵਾ, ਉਹਦੇ ਵੱਲੋਂ ਵੀ ਕੋਈ ਸਾਡੇ ਕੋਲ ਆਇਆ ਨਹੀਂ, ਕਿ ਕਿਉਂਕਿ DC ਜਿਹੜਾ ਸਿਵਲ ਆ ਉਹਦਾ ਫਰਜ਼ ਬਣਦਾ ਸੀ ਕਿ
ਉੱਥੇ ਬੈਠੇ ਨੇ, ਕੋਈ ਲੋੜ ਆ ਕਿਸੇ ਚੀਜ਼ ਦੀ ਦੱਸੋ। ਪਰ ਡੀਸੀ ਨੇ ਅਜੇ ਤੱਕ ਸਾਡੇ ਕੋਲ ਕੋਈ ਐਸਡੀਐਮ ਤਹਿਸੀਲਦਾਰ ਨਹੀਂ ਭੇਜਿਆ। ਇਹ ਵੀ ਬੜੀ ਵੱਡੀ ਨਲਾਇਕੀ ਹੈ ਇਹਨਾਂ ਅਫਸਰਾਂ ਦੀ, ਤੇ ਪ੍ਰਸ਼ਾਸਨ ਤੇ ਬਿਲਕੁਲ ਗੁਰਦਾਸ ਮਾਨ ਦੀ ਪੱਖਪਾਤ ਕਰ ਰਿਹਾ, ਉਹਦੇ ਵੱਲ ਦੀ ਗੱਲ ਕਰ ਰਿਹਾ ਵਾ, ਪਰਚਾ ਕਰਨ ਨੂੰ ਤਿਆਰ ਨਹੀਂ ਆ। ਪਰ ਅਸੀਂ ਉਹਨਾਂ ਚਿਰ ਇੱਥੋਂ ਨਹੀਂ ਜਾਵਾਂਗੇ ਜਿੰਨਾ ਚਿਰ ਪ੍ਰਸ਼ਾਸਨ ਗੁਰਦਾਸ ਮਾਨ ਤੇ ਪਰਚਾ ਨਹੀਂ ਕਰਦਾ। ਜਦੋਂ ਪਰਚਾ ਉਹਨੇ ਕਰ ਦਿੱਤਾ ਉਹਨਾਂ ਚਿਰ ਅਸੀਂ ਇੱਥੇ ਬੈਠੇ ਹਾਂ। FIR ਦੀ ਕਾਪੀ ਲੈ ਕੇ ਘਰਾਂ ਨੂੰ ਜਾਵਾਂਗੇ। ਪ੍ਰਸ਼ਾਸਨ ਨੂੰ ਕਰ ਦੇਣਾ ਚਾਹੀਦਾ ਵਾ, ਪਰ ਪ੍ਰਸ਼ਾਸਨ ਜਿਹੜਾ ਵਾ ਉਹ ਬਿਲਕੁਲ ਹੀ ਗੁਰਦਾਸ ਮਾਨ ਵੱਲ ਦੀ ਗੱਲ ਕਰ ਰਿਹਾ ਵਾ, ਗੁਰਦਾਸ ਮਾਨ ਨੂੰ ਬਚਾਇਆ ਜਾ ਰਿਹਾ ਵਾ। ਉੱਥੇ ਇਹ ਆ ਕਿ ਜਿਹੜੇ ਅਫਸਰ ਨੇ, ਕੁਝ ਸਾਰੇ ਨਹੀਂ, ਜਿਹੜੇ ਉਸ ਡੇਰੇ ਦੇ ਨਾਲ ਜੁੜੇ ਹੋਏ ਨੇ, ਉੱਥੋਂ ਹੀ ਬਦਲੀਆਂ ਹੁੰਦੀਆਂ ਨੇ, ਉੱਥੋਂ ਹੀ ਡੇਰੇ 'ਚੋਂ ਜਿਹੜੇ ਅਫਸਰ ਪਹਿਲਾਂ ਝਾੜੂ ਦੇ ਕੇ ਜਾਂ ਉੱਥੇ ਮੱਥਾ ਟੇਕ ਕੇ ਫਿਰ ਆਪਣੇ ਦਫ਼ਤਰਾਂ ਵੱਲ ਨੂੰ ਆਉਂਦੇ ਨੇ, ਜਿਹਦੇ ਕਰਕੇ ਉਹ ਸਾਰੀ ਗੱਲ ਗੁਰਦਾਸ ਮਾਨ ਦੇ ਹੱਕ 'ਚ ਕਰ ਰਹੇ ਹੈ। ਇਹ ਕੋਈ ਨਿਆਂ ਨਹੀਂ। ਅਸੀਂ SSP ਨੂੰ ਕੱਲ੍ਹ ਵੀ ਕਿਹਾ ਸੀ ਕਿ ਸਰ ਜੀ ਦੋ ਕਾਨੂੰਨ ਨੂੰ ਦੋਵਾਂ ਤਰ੍ਹਾਂ ਤੁਸੀਂ ਵੇਖ ਰਹੇ ਜੇ। ਇੱਕ ਪੱਖ ਵਿੱਚ ਕਾਨੂੰਨ ਨੂੰ ਤੁਸੀਂ ਨਹੀਂ ਲੈ ਰਹੇ ਕਿ ਗਰੀਬਾਂ ਵਾਸਤੇ ਕਾਨੂੰਨ ਹੋਰ ਵਾ ਤੇ ਤਗੜਿਆਂ ਵਾਸਤੇ ਕਾਨੂੰਨ ਹੋਰ ਆ, ਕਿ ਤਗੜਿਆਂ ਵਾਸਤੇ ਕਾਨੂੰਨ ਨਹੀਂ ਤੇ ਗਰੀਬਾਂ ਵਾਸਤੇ ਤੁਸੀਂ FIR ਦਰਜ ਕਰ ਰਹੇ। ਤੇ ਮੈਂ ਤੇ ਐਂ ਜਾਪਦਾ ਜਿੱਦਾਂ ਕਹਿੰਦੇ ਕਿ ਚੋਣਾਂ ਆ ਰਹੀਆਂ ਨੇ ਤੇ ਚੋਣਾਂ ਦੇ ਵਿੱਚ ਕੋਈ ਮੇਰੇ ਹਿਸਾਬ ਨਾਲ ਸਰਕਾਰ, ਪੰਜਾਬ ਸਰਕਾਰ ਵੱਲੋਂ ਇਦਾਂ ਨਾ ਹੋਇਆ ਹੋਵੇ ਕਿ ਕੋਈ ਵੀ ਅਪਰਾਧ ਕਰ ਦੇਵੇ, ਕਤਲ ਕਰ ਦੇਵੇ, ਉਹ ਕੋਈ ਮਾਫੀ ਮੰਗ ਲੂ ਨੂੰ ਛੱਡਿਆ ਜਾਊਗਾ ਤੇ FIR ਦਰਜ ਨਹੀਂ ਹੋਊਗੀ। ਇਦਾਂ ਦੀ ਗੱਲ ਮੇਰੇ ਹਿਸਾਬ ਨਾਲ ਹੋ ਰਹੀ ਆ। ਇਹ ਸਰਕਾਰ ਦੇ ਰਹੀ ਆ, ਸਹੂਲਤਾਂ ਦੇ ਰਹੀ ਇਹਨਾਂ ਨੂੰ। ਤੁਸੀਂ ਹੁਣੀ ਗੱਲ ਕੀਤੀ ਕਿ ਜਲੰਧਰ ਦੇ ਵਿੱਚ 500 ਦੇ ਕਰੀਬ ਗੁਰੂ ਘਰ ਨੇ, ਉਹਨਾਂ ਦੀਆਂ ਕਮੇਟੀਆਂ ਨੇ। ਆਖਿਰ ਕੀ ਕਾਰਨ ਹੈ ਕਿ ਅਨੇਕਾਂ ਸਿੱਖ ਜਥੇਬੰਦੀਆਂ ਹੋਣ ਦੇ ਬਾਵਜੂਦ, ਅਨੇਕਾਂ ਗੁਰੂ ਘਰ ਹੋਣ ਦੇ ਬਾਵਜੂਦ ਇੱਥੇ ਸੀਮਤ ਹੀ ਸੰਗਤ ਪਹੁੰਚ ਰਹੀ ਹੈ? ਕਿ ਉਹਨਾਂ ਦੇ ਦਿਲ ਨੂੰ ਇਹ ਦੁੱਖ ਨਹੀਂ ਲੱਗ ਰਿਹਾ ਜਿਹੜਾ ਤੁਹਾਡੇ ਦਿਲ ਨੂੰ ਲੱਗ ਰਿਹਾ ਹੈ? ਨਹੀਂ, ਜੇ ਲੱਗਦਾ ਹੁੰਦਾ ਤੇ ਆ ਜਾਣਾ ਸੀ। ਜਿਨ੍ਹਾਂ ਨੂੰ ਨਹੀਂ ਪਤਾ ਲੱਗਾ, ਸੋਸ਼ਲ ਮੀਡੀਆ ਤੇ ਅੱਜ ਘਰ ਘਰ ਦੇ ਵਿੱਚ ਮੋਬਾਈਲ ਤੇ ਗੱਲ ਜਾ ਰਹੀ ਆ, ਅਖਬਾਰਾਂ ਘਰਾਂ ਵਿੱਚ ਲੱਗੀਆਂ ਨੇ, ਮੀਡੀਆ ਰਾਹੀਂ ਹਰ ਤੱਕ ਗੱਲ ਗਈ ਆ। ਪਰ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਨਹੀਂ ਪਤਾ ਲੱਗਾ ਤੇ ਅੱਜ ਜਿਹੜਾ ਸੋਸ਼ਲ ਮੀਡੀਆ ਤੇ ਅਸੀਂ ਗੱਲ ਤੁਹਾਡੇ ਤੱਕ ਪਹੁੰਚਾ ਰਹੇ ਹਾਂ, ਇਸ ਨੂੰ ਸੁਣਦਿਆਂ ਸਾਥ ਹੀ ਇਸ ਮੋਰਚੇ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਦੇਖਿਆ ਕਿ ਸਿੱਖ ਜਥੇਬੰਦੀਆਂ ਪੂਰੇ ਡਟ ਕੇ ਇਸ ਗੱਲ ਤੇ ਅੜੀਆਂ ਹੋਈਆਂ ਨੇ ਕਿ ਜਦੋਂ ਤੱਕ ਗੁਰਦਾਸ ਮਾਨ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਨਹੀਂ ਹੁੰਦਾ, ਉਹ ਇੱਥੋਂ ਨਹੀਂ ਹਿੱਲਣਗੀਆਂ। ਦੇਖਣਾ ਹੋਵੇਗਾ ਕਿ ਜਲੰਧਰ ਪੁਲਿਸ ਪ੍ਰਸ਼ਾਸਨ, ਜਲੰਧਰ ਸਿਵਲ ਪ੍ਰਸ਼ਾਸਨ ਕੀ ਸਿੱਖ ਜਥੇਬੰਦੀਆਂ ਦੀ ਗੱਲਬਾਤ ਮੰਨਦੇ ਹੋਏ ਗੁਰਦਾਸ ਮਾਨ ਦੇ ਉੱਤੇ ਪਰਚਾ ਦਰਜ ਕਰਦਾ ਹੈ ਜਾਂ ਇਹ ਸੰਘਰਸ਼ ਇਵੇਂ ਹੀ ਜਾਰੀ ਰਹਿੰਦਾ ਹੈ। KCD TV ਲਈ ਅਜੀਤ ਸਿੰਘ ਬੁਲੰਦ ਦੀ ਖਾਸ ਰਿਪੋਰਟ। ਧੰਨਵਾਦ।